गिफ्ट लैनी है ਜਾਂ ਕੋਈ ਡਾਟਰਸ ਡੇ ਆ ਰਿਹਾ ਉਹ 'ਤੇ ਗਿਫਟ ਲੈਣੀ ਆ। ਇਹਨੂੰ ਐਂ ਹੁੰਦਾ ਸੀਗਾ ਵੀ ਪਾਪਾ ਫਲਾਨਾ ਰਾਈਟਰ ਹੈ, ਇਹਦੀ ਬੁੱਕ ਸੈਪਟੰਬਰ ਦੇ ਵਿੱਚ ਰਿਲੀਜ਼ ਹੋਣੀ। बेटा तेरा नाम की है? मेरा नाम रश्मिन भारद्वाज है। रश्मिन कित्थे पढ़दे हो तुसीं? मैं लाला सरकार उमल सर्वहितकारी विद्या मंदिर खन्ना विच मेरी सारी एजुकेशन हुई है हुण तक। अच्छा, एक तुसीं ਜਿਹੜੀ ਬੁੱਕ ਲਿਖੀ ਹੈ ਜਿਹੜੀ ਅੱਜ ਚਰਚ ਦੇ ਵਿੱਚ ਹੈ ਕਿ ਇੱਕ ਬੁੱਕ ਤੁਸੀਂ ਇੰਗਲਿਸ਼ 'ਚ ਉਸ ਟਾਈਮ ਲਿਖੀ ਜਦੋਂ ਕਰੋਨੇ ਦੇ ਵਿੱਚ ਬੱਚੇ ਬਿਲਕੁਲ ਫ੍ਰੀ ਸੀਗੇ ਹੈ ਨਾ, ਖੇਡਦੇ ਸੀਗੇ, ਤੁਸੀਂ ਕਿਤਾਬ ਲਿਖੀ ਉਹ ਵੀ ਇੰਗਲਿਸ਼ ਦੇ ਵਿੱਚ। ਕਿਵੇਂ ਕਿਵੇਂ ਤੁਹਾਡੇ ਦਿਮਾਗ 'ਚ ਆਇਆ, ਕੀ ਤੁਹਾਡੀ ਥੀਮ ਕੀ ਸੀ, ਕਿਵੇਂ ਤੁਸੀਂ ਸੋਚ ਕੇ ਉਸ ਚੀਜ਼ ਨੂੰ ਲਿਖਿਆ? मेरी बुक का मेन थीम सैकुलरिज्म है। अगर अज आप अपनी कंट्री के बारे देखिए तो सब तो ज़्यादा अपनी कंट्री के इस टाइम कॉम्यूनल वायलेंस बीट वेस्ट बंगाल और उत्तर प्रदेश मतलब ਜਿਹੜੀਆਂ ਕੰਟਰੀਜ਼ ਦੇ ਵਿੱਚ ਆਪਾਂ ਪ੍ਰੋਬਲਮਸ ਮੇਨਲੀ ਦੇਖਦੇ ਹਾਂ, ਚਾਹੇ ਸ਼੍ਰੀਲੰਕਾ ਦੇ ਵਿੱਚ ਚਾਹੇ ਇੰਡੀਆ ਦੇ ਵਿੱਚ ਆਪਾਂ ਨੂੰ ਕਮਿਊਨਲ ਵਾਇਲੈਂਸਿਸ ਆਉਂਦੀਆਂ ਨੇ। ਤਾਂ ਮੇਰੀ ਬੁੱਕ ਦਾ ਮੇਨ ਥੀਮ ਸੈਕੂਲਰਿਜ਼ਮ ਹੈ, ਰਿਲੀਜੀਅਸ ਹਾਰਮਨੀ। ਇਹ ਬੁੱਕ ਮੇਰੇ ਮਾਈਂਡ 'ਚ ਉਦੋਂ ਆਈ ਸੀ ਜਦ ਮੇਰੀ ਕਿਸੇ ਇਨਸਾਨ ਨਾਲ ਮਤਲਬ ਇੱਕ ਬਹਿਸ ਹੋਈ ਸੀਗੀ, ਇੱਕ ਤਰ੍ਹਾਂ ਨਾਲ ਡਿਬੇਟ ਹੋਈ ਸੀਗੀ। ਮੈਂ ਇਹ ਚੀਜ਼ ਨੋਟਿਸ ਕੀਤੀ ਵੀ ਆਪਣੇ ਇੱਥੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਸੈਕੂਲਰਿਜ਼ਮ ਦਾ ਮੀਨਿੰਗ ਕੀ ਹੈ। ਤਾਂ ਮੈਂ ਇੱਕ ਇਹ ਮਤਲਬ ਕਨਵੇ ਕਰਨਾ ਚਾਹੁੰਦੀ ਸੀ ਲੋਕਾਂ ਨੂੰ ਸੈਕੂਲਰਿਜ਼ਮ ਦਾ ਐਕਚੁਅਲ ਮੀਨਿੰਗ। ਕਿਹੜੀ ਕਲਾਸ 'ਚ ਪੜ੍ਹ ਰਹੇ ਹੋ? ਮੈਂ 12th ਸਟੈਂਡਰਡ 'ਚ ਪੜ੍ਹ ਰਹੀ ਹਾਂ। ਹੁਣ 12th ਦੇ ਵਿੱਚ ਪੜ੍ਹਦੇ ਹੋਏ ਹੈ ਨਾ, ਇੱਕ ਬਹੁਤ ਬੜੀ ਕਿਤਾਬ, ਕਿੰਨੇ ਪੰਨੇ ਦੀ ਕਿਤਾਬ ਸੀ ਉਹ? 90 ਪੇਜਸ। 90 ਪੇਜ ਦੀ ਜਿਹੜੀ ਹੈ ਤੁਸੀਂ ਉਹ ਕਿਤਾਬ ਲਿਖ ਦਿੱਤੀ। ਕਦੇ ਪੇਰੈਂਟਸ ਕਨੀਓ ਕੋਈ ਰੋਕ ਟੋਕ ਵੀ ਤੂੰ ਹਰ ਟਾਈਮ ਬੈਠੀ ਲਿਖੀ ਜਾਂਦੀ ਹੈ ਕੁਛ ਨਾ, ਕੋਈ ਐਸਾ ਕੁਛ? ਮੇਰੇ ਪੇਰੈਂਟਸ ਹਮੇਸ਼ਾ ਮੇਰੇ ਵਾਸਤੇ ਬਹੁਤ ਸਪੋਰਟਿਵ ਰਹੇ ਨੇ ਐਂਡ ਇਨਫੈਕਟ ਮੈਂ ਕਹਿਣਾ ਚਾਹੂੰਗੀ ਉਸ ਤੋਂ ਉੱਪਰ ਟੀਚਰਸ ਰਹੇ ਨੇ ਅੱਜ ਤੱਕ ਜਿੰਨਾ ਵੀ ਮਤਲਬ ਐਸਐਸਟੀ ਡਿਪਾਰਟਮੈਂਟ ਸੀਗਾ ਜਿਨ੍ਹਾਂ ਤੋਂ ਪੋਲਿਟਿਕਸ ਦੀ ਨੌਲੇਜ ਮਿਲੀ, ਸੈਕੂਲਰਿਜ਼ਮ ਵਰਡ ਦਾ ਜਿਨ੍ਹਾਂ ਤੋਂ ਮੀਨਿੰਗ ਪਤਾ ਲੱਗਿਆ ਅੱਜ ਤੱਕ। 9th ਕਲਾਸ 8th ਕਲਾਸ ਆਪਾਂ ਨੂੰ ਸੈਕੂਲਰਿਜ਼ਮ ਵਰਡ ਆ ਜਾਂਦਾ, ਪਰ ਇਸ ਸਿੰਪਲ ਜਿਹੀ ਟਰਮ ਨੂੰ ਸਮਝਦੇ ਹੀ ਆਪਾਂ ਲੋਕ ਇੰਨੇ ਜ਼ਿਆਦਾ ਕੌਨਫਲਿਕਟਸ 'ਚ ਪੈ ਜਾਂਦੇ ਹਾਂ। ਸੈਕੂਲਰਿਜ਼ਮ ਦਾ ਮਤਲਬ ਆ ਨਹੀਂ ਹੈ ਵੀ ਇੱਕ ਧਰਮ ਦੇ ਵੱਲ ਜ਼ਿਆਦਾ ਅਟਰੈਕਸ਼ਨ ਹੋਣਾ ਜਾਂ ਕਿਸੇ ਧਰਮ ਦੇ ਐਂਟੀ ਚੱਲਣਾ। ਸੈਕੂਲਰਿਜ਼ਮ ਦਾ ਮਤਲਬ ਹੈ ਮੇਰੇ ਸਾਹਮਣੇ 3 ਧਰਮਾਂ ਦੇ ਲੋਕ ਖੜੇ ਨੇ, ਮੈਂ ਤਿੰਨਾਂ ਦੀ ਇਕੁਅਲੀ ਰਿਸਪੈਕਟ ਕਰਦੀ ਹਾਂ। ਇਹ ਚੀਜ਼ ਮੈਂ ਕਨਵੇ ਕਰਨਾ ਚਾਹੁੰਦੀ ਸੀ। ਇਹੀ ਤੁਹਾਡੇ ਦਿਮਾਗ 'ਚ ਕਾਹਤੇ ਆਇਆ ਵੀ ਮੈਂ ਇਸ ਚੀਜ਼ ਦੇ ਉੱਪਰ ਹੀ ਲਿਖਣਾ ਚਾਹੁੰਦੀ ਹਾਂ, ਧਰਮ ਦੇ ਉੱਪਰ ਹੀ ਲਿਖਣਾ ਚਾਹੁੰਦੀ ਹਾਂ? ਕਿਉਂਕਿ ਮੇਰੀ ਕਿਸੇ ਨਾਲ ਡਿਬੇਟ ਹੋਈ ਸੀਗੀ ਔਰ ਉਸ ਚੀਜ਼ 'ਚ ਮੈਨੂੰ ਆਹ ਮਾਈਂਡ 'ਚ ਆਇਆ ਵੀ ਇਹ ਸਪੈਸੀਫਿਕ ਚੀਜ਼ ਇਸ ਟਾਈਮ ਕੰਟਰੀ 'ਚ ਇੱਕ ਰਾਈਟਰ ਮੰਨਿਆ ਜਾਂਦਾ ਵੀ ਇੱਕ ਆਥਰ ਐਸਾ ਇਨਸਾਨ ਹੁੰਦਾ ਜਿਹਦੇ 'ਤੇ ਸੁਸਾਇਟੀ ਨੂੰ ਸੰਭਾਲਣ ਦਾ ਇੱਕ ਜ਼ਿੰਮਾ ਹੁੰਦਾ ਵੀ ਇਹ ਸੁਸਾਇਟੀ ਇੱਕ ਆਥਰ ਦੇ ਸਿਰ ਤੇ ਚੱਲਦੀ ਹੈ ਵੀ ਆਥਰ ਲੋਕਾਂ ਨੂੰ ਕੀ ਕਨਵੇ ਕਰਨਾ ਚਾਹੁੰਦਾ ਹੈ। ਪੈਨ ਦੀ ਪਾਵਰ ਦੇ ਨਾਲ ਮੈਂ ਲੋਕਾਂ ਨੂੰ ਉਹ ਮੈਟਰ ਕਨਵੇ ਕਰਨਾ ਚਾਹੁੰਦੀ ਸੀ ਜਿਹੜਾ ਇਸ ਟਾਈਮ ਆਪਣੀ ਕੰਟਰੀ ਨੂੰ ਜ਼ਰੂਰਤ ਹੈ। ਜਿਵੇਂ ਤੁਸੀਂ ਡਿਬੇਟ ਦੀ ਗੱਲ ਕੀਤੀ ਹੈ, ਜਦੋਂ ਵੀ ਤੁਹਾਡੀ ਕਿਸੇ ਨਾਲ ਡਿਬੇਟ ਚੱਲ ਰਹੀ ਸੀ ਉਸ ਤੋਂ ਬਾਅਦ ਤੁਹਾਡੇ ਮਾਈਂਡ 'ਚ ਆਇਆ ਵੀ ਮੈਂ ਕੁਛ ਐਸਾ ਲਿਖਣਾ ਚਾਹੁੰਦੀ ਹਾਂ, ਕੁਛ ਤੁਹਾਨੂੰ ਉਹਨੇ ਤਲਖੀ ਦਵਾਤੀ ਸੀ ਐਸੀ ਉਸ ਡਿਬੇਟ ਦੇ ਵਿੱਚ ਕੁਛ ਐਸੀ ਗੱਲ ਹੋਈ ਜਿਹਦੇ ਕਰਕੇ ਤੁਹਾਨੂੰ? ਡਿਬੇਟ ਦੇ ਵਿੱਚ ਮੇਰੀ ਉਹਨਾਂ ਨਾਲ ਮਤਲਬ ਮੈਂ ਆ ਚੀਜ਼ ਉਹਨਾਂ ਤੋਂ ਰਿਅਲਾਈਜ਼ ਕੀਤੀ, ਉਹ ਬਹੁਤ ਹੀ ਇੱਕ ਪੜ੍ਹੇ ਲਿਖੇ ਇਨਸਾਨ ਸੀਗੇ ਜਿਨ੍ਹਾਂ ਨਾਲ ਮੇਰੀ ਗੱਲ ਹੋ ਰਹੀ ਸੀ। ਮੈਂ ਆ ਚੀਜ਼ ਰਿਅਲਾਈਜ਼ ਕੀਤੀ ਵੀ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਆਪਾਂ ਉਹ ਚੀਜ਼ਾਂ ਭੁੱਲ ਚੁੱਕੇ ਹਾਂ ਜੋ ਆਪਾਂ ਨੂੰ ਨਰਸਰੀ ਕਲਾਸ 'ਚ ਆਪਾਂ ਨੂੰ ਪੋਇਮ ਆ ਜਾਂਦੀ ਹੈ, ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਮੇਂ ਹੈ ਭਾਈ ਭਾਈ। ਇਹ ਛੋਟੀਆਂ ਗੱਲਾਂ ਭੁੱਲ। ਅੱਛਾ ਬੇਟਾ, ਜੇਕਰ ਆਪਾਂ ਗੱਲ ਕਰੀਏ ਬਿਲਕੁਲ ਜਿਹੜੀ ਹੈ ਵੀ ਕਿ ਅੱਜ ਦਾ ਸਮਾਂ ਜੋ ਹੈ, ਅੱਜ ਦਾ ਸਮਾਂ ਜਿਹੜਾ ਹੈ ਧਰਮਾਂ 'ਚ ਵੰਡ ਚੁੱਕਿਆ ਹੈ, ਧਰਮਾਂ ਦੇ ਉੱਪਰ ਹੀ ਲੜਾਈਆਂ ਵੀ ਹੋ ਰਹੀਆਂ ਨੇ, ਧਰਮਾਂ ਦੇ ਉੱਪਰ ਪੋਲਿਟਿਕਸ ਵੀ ਕੀਤੀ ਜਾ ਰਹੀ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਔਰ ਇਹ ਚੀਜ਼ਾਂ ਕੁਛ ਅਖਬਾਰ 'ਚ ਲਿਖੀਆਂ ਤੁਸੀਂ ਆਪਣੀ ਕਿਤਾਬ ਦੇ ਵਿੱਚ ਵੀ? ਬਿਲਕੁਲ, ਸਾਰੀ ਬੁੱਕ ਦਾ ਜੋ ਮੇਨ ਥੀਮ ਹੈ ਨਾ ਉਹ ਇਹੀ ਹੈ। 5 ਦੋਸਤਾਂ ਦੀ ਕਹਾਣੀ ਹੈ ਜਿਨ੍ਹਾਂ ਵਿੱਚ ਉਹ ਅਲੱਗ-ਅਲੱਗ ਧਰਮਾਂ ਤੋਂ ਬਿਲੋਂਗ ਕਰਦੇ ਨੇ, ਸਟਿਲ ਉਹ ਕਿਵੇਂ ਜੈਲਅਪ ਹੁੰਦੇ ਨੇ, ਕਿਵੇਂ ਉਹ ਇਸ ਚੀਜ਼ ਦੇ ਵਾਸਤੇ ਸਟਰਗਲ ਕਰਦੇ ਨੇ ਵੀ ਪੋਲਿਟਿਕਸ ਧਰਮ ਦੇ ਨਾਮ ਤੇ ਨਾ ਹੋਵੇ। ਇਸ ਸਭ ਦੀ ਕਹਾਣੀ ਹੈ ਉਹ। ਤੇ ਮੈਂ ਇਹੀ ਦਿਖਾਉਣਾ ਚਾਹੁੰਦੀ ਹਾਂ ਵੀ ਜਿਹੜੇ ਪੋਲੀਟੀਸ਼ੀਅਨਸ ਨੇ ਆਪਣੀ ਕੰਟਰੀ ਦੇ ਉਹ ਸਿਰਫ ਯੂਜ਼ ਕਰਦੇ ਨੇ ਆਪਣੇ ਇਨੋਸੈਂਸ ਮਾਈਂਡਸ ਨੂੰ ਇੱਕ ਦੂਸਰੇ ਦੇ ਧਰਮ ਦੇ ਖਿਲਾਫ ਭੜਕਾ ਕੇ। ਹਾਲਾਂਕਿ ਐਸਾ ਕੁਝ ਨਹੀਂ ਹੈ, ਕੋਈ ਵੀ ਧਰਮ ਨਫ਼ਰਤ ਨਹੀਂ ਸਿਖਾਉਂਦਾ, ਸਾਰੇ ਧਰਮ ਪਿਆਰ ਸਿਖਾਉਂਦੇ ਨੇ ਔਰ ਉਹੀ ਹੋਣਾ ਚਾਹੀਦਾ। ਬੇਟਾ ਤੁਸੀਂ ਇਹ ਨਹੀਂ ਗੱਲ ਮੰਨ ਰਹੇ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਹੈ ਜਿਹਨੂੰ ਕਹਿ ਦਈਏ ਵੀ ਬੱਚਿਆਂ ਨੂੰ ਬਹੁਤ ਜ਼ਿਆਦਾ ਭੜਕਾਇਆ ਜਾ ਰਿਹਾ ਹੈ, ਚਾਹੇ ਉਹ ਆਪਾਂ ਪਾਕਿਸਤਾਨ ਦੀ ਗੱਲ ਕਰ ਲਈਏ ਜਾਂ ਕੁਛ ਹੋਰ ਧਰਮਾਂ ਦੀ ਗੱਲ ਕਰ ਲਈਏ, ਜਿਹਨਾਂ ਵਿੱਚ ਬੱਚਿਆਂ ਨੂੰ ਬੜਾ ਭੜਕਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਵੀ ਤੁਹਾਡਾ ਧਰਮ ਇਹ ਹੈ ਜੀ, ਤੁਸੀਂ ਆਪਣੇ ਧਰਮ ਪਿੱਛੇ ਲੜੋ, ਬੱਚੇ ਕਰ ਵੀ ਇਹ ਰਹੇ ਨੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੀ ਆਪਾਂ ਜਿੰਨੇ ਕੌਨਫਲਿਕਟਸ ਹੁਣ ਆਪਣੀ ਕੰਟਰੀ 'ਚ ਦੇਖ ਰਹੇ ਹਾਂ, ਚਾਹੇ ਤੁਸੀਂ JNU ਲੈ ਲਓ, ਜਾਮੀਆ ਮਿਲੀਆ ਲੈ ਲਓ, ਆਪਣੀਆਂ ਮੇਨ ਜੋ ਯੂਨੀਵਰਸਿਟੀਜ਼ ਨੇ, ਸੈਂਟਰਲ ਯੂਨੀਵਰਸਿਟੀਜ਼, ਉਹਨਾਂ ਸਭ ਤੋਂ ਵੱਧ ਕੌਨਫਲਿਕਟਸ ਆਉਂਦੇ ਨੇ। ਰੀਸੈਂਟਲੀ CAA NRC ਦਾ ਪ੍ਰੋਟੈਸਟ ਹੋਏ ਸੀਗੇ ਕਿੰਨੇ ਸਾਰੇ ਕੰਟਰੀ ਦੇ ਵਿੱਚ। ਇਹ ਚੀਜ਼ਾਂ ਤੋਂ ਪਤਾ ਲੱਗਦਾ ਵੀ ਆਪਾਂ ਇੱਕ ਦੂਸਰੇ ਨੂੰ ਹੇਟਰੇਡ ਸਿੱਖ ਰਹੇ ਹਾਂ ਔਰ ਹੇਟਰੇਡ ਕਦੇ ਵੀ ਕੰਮ ਨਹੀਂ ਆਉਂਦੀ ਹੈਗੀ। ਅਗਰ ਆਪਾਂ ਕੀ ਕਰਾਂਗੇ, ਆਪਾਂ ਨਫ਼ਰਤ ਕਰਦੇ ਰਹਾਂਗੇ ਇੱਕ ਦੂਸਰੇ ਨੂੰ, ਇਹਦਾ ਰਿਜ਼ਲਟ ਐਂਡ ਕੀ ਹੋਊਗਾ? ਪਾਰਟੀਸ਼ਨ 1947। ਕਿਸੇ ਦਾ ਵੀ ਅੱਛਾ ਨਹੀਂ ਹੁੰਦਾ ਨਫ਼ਰਤ ਦੇ ਨਾਲ, ਹਮੇਸ਼ਾ ਦੋਨੋਂ ਸਾਈਡਸ ਦਾ ਬੁਰਾ ਹੀ ਹੁੰਦਾ ਹੈ। ਤੁਸੀਂ ਆਪਣੀ ਕਿਤਾਬ ਦੀ ਜਿਹੜੀ ਹੈ ਸਟਾਰਟਿੰਗ ਕਿੱਥੋਂ ਕੀਤੀ ਤੇ ਐਂਡ ਕੀ ਸੀਗਾ? ਮੇਰੀ ਬੁੱਕ ਦੀ ਸਟਾਰਟਿੰਗ ਹੁੰਦੀ ਹੈ, ਐਕਚੁਅਲੀ ਬੁੱਕ ਪੈਰਲਲ ਚੱਲ ਰਹੀ ਹੈ, ਇੱਕ ਪਾਸਟ ਚੱਲ ਰਿਹਾ ਔਰ ਇੱਕ ਪ੍ਰੈਜ਼ੈਂਟ ਚੱਲ ਰਿਹਾ ਹੈ। 7 ਇਅਰਸ ਦਾ ਡਿਫਰੈਂਸ ਹੈ। ਉਹ ਦੇ ਵਿੱਚ ਉਹਨਾਂ ਦਾ ਪਾਸਟ ਆਉਂਦਾ ਵੀ ਉਹਨਾਂ ਨਾਲ ਕੀ ਹੋਇਆ, ਕਿਉਂ ਹੋਇਆ। 5 ਬੱਚਿਆਂ ਦੀ ਕਾਲਜ ਦੀ ਕਹਾਣੀ ਸ਼ੁਰੂ ਹੁੰਦੀ ਹੈ ਔਰ 7 ਸਾਲ ਬਾਅਦ ਉਹ ਖਤਮ ਹੁੰਦੀ ਹੈ ਵੀ 7 ਸਾਲ ਬਾਅਦ ਉਹਨਾਂ ਦੀ ਲਾਈਫ 'ਚ ਕੀ ਡਿਫਰੈਂਸ ਆਏ ਧਰਮ ਦੀ ਵਜ੍ਹਾ ਤੋਂ।
ਕੀ ਐਂਡ ਕੀ ਕੱਢਿਆ ਉਹਦਾ, ਕੀ ਤੁਸੀਂ ਕੀ ਦਿਖਾਇਆ ਉਹ 'ਚ, ਤੁਸੀਂ ਤੁਹਾਡੇ ਮਨ 'ਚ ਕੀ ਸੀਗਾ ਜਿਹੜਾ ਤੁਸੀਂ ਉਹਦਾ ਐਂਡ ਕੱਢਿਆ ਉਹਦਾ? ਉਹਦਾ ਐਂਡ ਆ ਸੀਗਾ ਵੀ ਜੋ ਉਹ ਬੱਚੇ ਕਰਨਾ ਚਾਹੁੰਦੇ ਸੀਗੇ ਨਾ, ਵੀ ਇਸ ਕੰਟਰੀ ਦੇ ਵਿੱਚ ਧਰਮ ਦੇ ਨਾਮ ਤੇ ਪੋਲਿਟਿਕਸ ਖਤਮ ਹੋ ਜਾਵੇ, ਉਹ ਮੈਂ ਆਪਣੇ ਰੀਡਰਸ ਨੂੰ ਕਨਵੇ ਕਰਨਾ ਚਾਹੁੰਦੀ ਹਾਂ ਵੀ ਜਿਹੜਾ ਵੀ ਰੀਡਰ ਹੈ ਉਹ ਉਹਨਾਂ ਤੋਂ ਮੋਟੀਵੇਟ ਹੋ ਕੇ ਸੋਚੇ ਵੀ ਆਪਾਂ ਨੂੰ ਵੀ ਆਪਣੇ ਧਰਮ ਦੇ ਨਾਮ ਤੇ ਪੋਲਿਟਿਕਸ ਖਤਮ ਕਰਨੀ ਚਾਹੀਦੀ ਹੈ। ਆਹੀ ਉਹਦਾ ਕੰਕਲੂਜਨ ਹੈ ਵੀ ਰੀਡਰਸ ਮੋਟੀਵੇਟ ਹੋਣ। ਅੱਛਾ, ਅੱਜ ਜਿਹੜੀ ਹੈ ਇੱਕ ਬਹੁਤ ਬੜਾ ਜਿਹੜਾ ਜਿਹਨੂੰ ਕਹਿ ਦਈਏ ਜਨ ਸੈਲਾਬ ਚੱਲਿਆ ਹੋਇਆ ਹੈ, ਉਹ ਹੈ ਕਿਸਾਨ। ਅੱਜ ਕਿਸਾਨ ਦਿੱਲੀ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਬੈਠਾ ਹੈ। ਤੁਸੀਂ ਕੀ ਮੰਨਦੇ ਹੋ ਇਹਦੇ ਵਿੱਚ ਵੀ ਇਹ ਵੀ ਪੋਲਿਟਿਕਸ ਦਾ ਇੱਕ ਹਿੱਸਾ ਹੈ ਜਾਂ ਕੀ ਉਹ ਹੈ? ਦੇਖੋ ਮੇਰੇ ਹਿਸਾਬ ਨਾਲ ਆਪਾਂ ਨੂੰ ਹਰੇਕ ਦੇ ਪਰਸਪੈਕਟਿਵ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾਂ ਆਪਾਂ ਦੋ ਇੰਡੀਵਿਜੂਅਲਸ, ਆਫ ਕੋਰਸ ਵੀ ਵਿਲ ਹੈਵ ਟੂ ਡਿਫਰੈਂਟ ਪਰਸਪੈਕਟਿਵਸ ਐਂਡ ਆਈ ਮਿਊਚੁਅਲੀ ਰਿਸਪੈਕਟ ਬੋਥ ਆਫ them, ਬਟ ਸਟਿਲ ਜੋ ਮੇਰੇ ਅਕੋਰਡਿੰਗ ਹੈ ਇਹ ਹੈ ਵੀ ਜਿਹੜੇ ਲਾਜ਼ ਨੇ ਇੱਕ ਕੰਟਰੀ ਦੇ ਉਹ ਇੱਕ ਸਿਟੀਜ਼ਨ ਵਾਸਤੇ ਬਣਦੇ ਨੇ, ਔਰ ਅਗਰ ਉਹ ਸਿਟੀਜ਼ਨ ਉਹਨਾਂ ਲਾਜ਼ ਨੂੰ ਨਹੀਂ ਐਕਸੈਪਟ ਕਰ ਰਿਹਾ ਤਾਂ ਗਵਰਨਮੈਂਟ ਨੂੰ ਉਸ ਚੀਜ਼ ਵਾਸਤੇ ਜਲਦੀ ਤੋਂ ਜਲਦੀ ਸਟੈਪਸ ਲੈਣੇ ਚਾਹੀਦੇ ਨੇ। ਕੀ ਜੋ ਗਵਰਨਮੈਂਟ ਨੇ ਇਹ ਲਾਭ ਲਿੱਤਾ ਸੀ, ਕੀ ਤੁਸੀਂ ਕੀ ਮੰਨਦੇ ਹੋ ਵੀ ਕੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਹਿੰਦੁਸਤਾਨ ਵਾਸਤੇ ਸਹੀ ਸੀ ਜਾਂ ਗਲਤ ਸੀ? ਮੈਂ 12th ਕਲਾਸ ਦੀ ਸਟੂਡੈਂਟ ਹੋਣ ਦੇ ਨਾਤੇ ਜਿੱਥੇ ਤੱਕ ਮੈਂ ਇਕਨੋਮਿਕਸ ਪੜ੍ਹੀ ਹੈ ਉਹਦੇ ਵਿੱਚ ਆਪਾਂ ਨੂੰ ਸਿਖਾਇਆ ਜਾਂਦਾ ਹੈ ਵੀ ਇੱਕ ਕੰਟਰੀ ਜਿਹੜੀ ਹੈ ਉਹ ਉਨੀ ਸਟਰੋਂਗ ਹੁੰਦੀ ਹੈ ਜਿੰਨੀ ਉਹਦੇ ਵਿੱਚ ਗਵਰਨਮੈਂਟਾਈਜੇਸ਼ਨ ਹੁੰਦੀ ਹੈ। ਜਿਵੇਂ ਜੋ ਆਪਾਂ ਕਮਿਊਨਿਜ਼ਮ 'ਚ ਪੜ੍ਹਦੇ ਹਾਂ, ਕਮਿਊਨਿਸਟ ਕੰਟਰੀਜ਼ ਨੇ, ਚਾਈਨਾ ਹੈ, USSR ਸੀਗਾ ਪਹਿਲਾਂ, ਉਹਨਾਂ ਦੇ ਵਿੱਚ ਜਿਹੜੀ ਸੈਂਟਰਲ ਪਾਵਰ ਹੈ ਨਾ ਉਹ ਕਾਫੀ ਜ਼ਿਆਦਾ ਹੁੰਦੀ ਹੈ। ਅਗਰ ਗਵਰਨਮੈਂਟ ਆਪਣੇ ਸਾਰੇ ਹੀ ਸੈਕਟਰ, ਜਿਵੇਂ ਹੁਣ ਐਗਰੀਕਲਚਰ ਸੈਕਟਰ ਨੂੰ ਪ੍ਰਾਈਵੇਟਾਈਜੇਸ਼ਨ ਕਰਨਾ ਚਾਹੁੰਦੇ ਨੇ, ਅਗਰ ਸਾਰੇ ਹੀ ਸੈਕਟਰਸ ਪ੍ਰਾਈਵੇਟ ਹੋ ਜਾਣਗੇ ਤਾਂ ਪ੍ਰਾਈਵੇਟਸ ਦਾ ਮਤਲਬ ਹੁੰਦਾ ਮੈਕਸਿਮਮ ਪ੍ਰੋਫਿਟ ਜਨਰੇਸ਼ਨ, ਬਟ ਗਵਰਨਮੈਂਟ ਦਾ ਹੁੰਦਾ ਵੈਲਫੇਅਰ, ਤਾਂ ਇਸ ਲਈ ਵੈਲਫੇਅਰ ਕਿੱਥੇ ਹੋਊਗਾ ਫਿਰ ਪਬਲਿਕ ਦਾ? ਅੱਛਾ, ਤੁਸੀਂ ਇਹ ਨਹੀਂ ਗੱਲ ਮੰਨਦੇ ਵੀ ਅੱਜ ਜਿਹੜੇ ਸਰਕਾਰੀ ਅਦਾਰੇ ਨੇ, ਹੈ ਨਾ, ਮੈਂ ਤੋਂ ਹਟ ਕੇ ਗੱਲ ਕਰਨ ਲੱਗਿਆ ਜਦੋਂ ਕੋਈ ਤੁਹਾਡੀ ਉਮਰ ਬਹੁਤ ਛੋਟੀ ਹੈ ਹੋਵੇ ਪਰ ਸਟੱਡੀ ਦੇ ਹਿਸਾਬ ਨਾਲ, ਕਿ ਸਰਕਾਰੀ ਅਦਾਰਿਆਂ ਦੇ ਵਿੱਚ ਜਿੱਥੇ ਲੱਖਾਂ ਰੁਪਏ ਤਨਖਾਹ ਮਿਲਦੀ ਹੈ, ਅੱਜ ਉਹ ਲੋਕ ਜਿਹੜੇ ਨੇ ਏਸੀਆਂ ਦੇ ਵਿੱਚ ਬੈਠ ਕੇ ਕੰਮ ਕਰਦੇ ਨੇ, ਜਿਹਨੂੰ ਕਹਿ ਦਈਏ ਵੀ ਮਾਰਕੀਟ 'ਚ ਨਿਕਲ ਕੇ ਕੰਮ ਨਹੀਂ ਕਰਦੇ। ਇੱਕ ਪੜ੍ਹੇ ਲਿਖੇ ਬੱਚੇ ਹੈ ਨਾ ਜਿਹੜੇ ਬਹੁਤ ਜ਼ਿਆਦਾ ਪੜ੍ਹ ਲੈਤੇ, ਉਹਨਾਂ ਕੋਲ ਨੌਕਰੀਆਂ ਨਹੀਂ ਹੈ। ਤੇ ਇਸ ਚੀਜ਼ ਦੀ ਆਹੀ ਪ੍ਰੋਬਲਮ ਹੈ ਵੀ ਆਪਣੇ ਗਵਰਨਮੈਂਟ ਨੂੰ ਅੱਗੇ ਆਪਾਂ ਸਟੈਪਸ ਹੀ ਨਹੀਂ ਲੈਂਦੇ। ਇਨਫੈਕਟ ਆ ਨਹੀਂ ਹੈ ਵੀ ਵੈਕੈਂਸੀਜ਼ ਨਹੀਂ ਹੈਗੀਆਂ, ਦੇਰ ਆਰ ਅ ਲੋਟ ਆਫ ਵੈਕੈਂਸੀਜ਼, ਬਟ ਓਪਰਚੁਨਿਟੀਜ਼ ਆਮ ਲੋਕਾਂ ਨੂੰ ਮਿਲਦੀਆਂ ਹੀ ਨਹੀਂ ਹੈਗੀਆਂ। ਆਈ ਵਿਲ ਟੈਲ ਯੂ ਮਾਈ ਓਨ ਪੁਆਇੰਟ ਆਫ ਵਿਊ, ਮੇਰੇ ਦੋਨੋਂ ਪੇਰੈਂਟਸ ਪ੍ਰਾਈਵੇਟ ਟੀਚਰਸ ਨੇ, they have never been in a government job, और प्राइवेट इंस्टीट्यूशन चाहे वो बहुत अच्छे इंस्टीट्यूशनस 'ਚ ਕੰਮ ਕਰਨ ਬਟ ਫਿਰ ਵੀ ਇੱਕ ਸੈਂਸ ਆਫ ਸਿਕਿਉਰਿਟੀ ਨਹੀਂ ਹੁੰਦਾ ਪ੍ਰਾਈਵੇਟ ਇੰਸਟੀਟਿਊਸ਼ਨਸ ਦੇ ਵਿੱਚ। ਬੀਇੰਗ ਪ੍ਰਾਈਵੇਟ ਟੀਚਰਸ ਇਹ ਚੀਜ਼ ਦਾ ਪਤਾ ਲੱਗਦਾ ਹੈ ਵੀ ਗਵਰਨਮੈਂਟ ਟੀਚਰ ਔਰ ਪ੍ਰਾਈਵੇਟ ਟੀਚਰ 'ਚ ਕਿੰਨਾ ਫਰਕ ਹੁੰਦਾ ਹੈ, ਔਰ ਗਵਰਨਮੈਂਟ ਦੀ ਆ ਪ੍ਰੋਬਲਮ ਹੈ ਵੀ ਫਿਰ ਉਹ ਲੋਕ ਭੁੱਲ ਜਾਂਦੇ ਨੇ ਵਰਕ ਕਰਦੇ ਕਰਦੇ ਵੀ ਇੱਥੇ ਅਸੀਂ ਵੈਲਫੇਅਰ ਮੋਟਿਵਸ ਦੇ ਨਾਲ ਆਏ ਹਾਂ। ਅੱਛਾ, ਤੁਸੀਂ +2 ਦੇ ਵਿੱਚ ਜਿਹੜਾ ਹੈ ਇਸ ਟਾਈਮ ਪੜ੍ਹ ਰਹੇ ਹੋ, ਅੱਗੇ ਤੁਹਾਡਾ ਕੀ ਹੈ, ਕੀ ਫਿਊਚਰ ਕੀ ਹੈ, ਕੀ ਸੋਚ ਕੇ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ, ਕਿਸ ਥੀਮ ਨੂੰ ਲੈ ਕੇ ਅੱਗੇ ਵਧਣਾ ਚਾਹੁੰਦੇ ਹੋ, ਕੀ ਹੈ ਤੁਹਾਡਾ? ਮੇਰੇ ਕੋਲ ਇਸ ਟਾਈਮ ਹਿਊਮੈਨਿਟੀਜ਼ ਆਰਟਸ ਦੇ ਸਬਜੈਕਟਸ ਨੇ, ਹਿਸਟਰੀ, ਪੋਲੀਟੀਕਲ ਇਕਨੋਮਿਕਸ ਦੇ, ਔਰ ਇਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਕਰਨਾ ਚਾਹੁੰਦੀ ਹਾਂ ਕਿਸੇ ਯੂਨੀਵਰਸਿਟੀ ਤੋਂ ਔਰ ਕਿਸੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਨਾ ਚਾਹੁੰਦੀ ਹਾਂ ਜਿੱਦਾਂ ਮੈਂ ਇਸ ਕੰਟਰੀ ਨੂੰ ਸਰਵ ਕਰ ਸਕਾਂ ਤੇ ਫॉर ਦ ਬੈਟਰਮੈਂਟ ਆਫ ਦਿਸ ਕੰਟਰੀ ਆਈ ਵਾਂਟ ਟੂ ਵਰਕ। ਅੱਛਾ, ਜੇਕਰ ਕਦੇ ਤੁਹਾਨੂੰ CM ਦਾ ਜਾਂ ਪ੍ਰਾਈਮ ਮਿਨਿਸਟਰ ਦਾ ਕੋਈ ਸੰਦੇਸ਼ ਆਵੇ ਕਿ ਮੇਰੇ ਨਾਲ ਆ ਕੇ ਤੁਸੀਂ ਜਿਹੜਾ ਹੈ ਸਾਡੀ ਪਾਰਟੀ ਦੇ ਵਿੱਚ ਆ ਕੇ ਜਾਂ ਸਾਡੇ ਨਾਲ ਆ ਕੇ ਤੁਸੀਂ ਕੰਮ ਕਰੋ, ਪੋਲੀਟੀਕਲ ਤੁਸੀਂ ਕਾਫੀ ਜਿਹੜੀ ਆਪਾਂ ਕਰ ਰੱਖਦੇ ਹੋ, ਫਿਰ ਤੁਹਾਡਾ ਕੀ? ਮੈਂ ਪੋਲੀਟੀਕਲੀ ਇੰਕਲਾਈਨਡ ਨਹੀਂ ਹੈ ਕਿਸੇ ਪਾਰਟੀ ਦੀ ਤਰਫ, ਕਿਉਂਕਿ ਆਪਾਂ ਨੂੰ ਅੱਜ ਪਤਾ ਹੈ ਵੀ ਟਰਾਂਸਪੇਰੈਂਸੀ ਕਿਸੇ ਪੋਲੀਟੀਕਲ ਪਾਰਟੀ ਦੇ ਵਿੱਚ ਨਹੀਂ ਹੈਗੀ ਇਸ ਟਾਈਮ। ਮੇਰੇ ਹਿਸਾਬ ਨਾਲ ਅਗਰ ਕੋਈ ਆਪਣੀ ਕੰਟਰੀ ਨੂੰ ਸਰਵ ਕਰਨਾ ਚਾਹੁੰਦਾ ਹੈ ਨਾ ਤਾਂ ਉਹਦੇ ਵਾਸਤੇ ਸਭ ਤੋਂ ਇੰਪੋਰਟੈਂਟ ਹੈ ਆਪਣੇ ਜਿਹੜੇ ਆਫਿਸਰਸ ਨੇ, ਬੀਇੰਗ IAS ਆਫਿਸਰ ਔਰ IPS ਆਫਿਸਰ, ਜੋ ਆਪਣੇ ਕੋਲ ਆਪਾਂ ਨੂੰ ਮਿਲਦੀਆਂ ਨੇ ਚੀਜ਼ਾਂ ਉਹ ਕਰਨੀਆਂ ਚਾਹੀਦੀਆਂ। ਕਿਉਂਕਿ ਅਗਰ ਆਪਾਂ ਕਿਸੇ ਪੋਲੀਟੀਕਲ ਪਾਰਟੀ ਨੂੰ ਜੁਆਇਨ ਕਰ ਲੈਂਦੇ ਨਾ ਫਿਰ ਆਪਣੀ ਥਿੰਕਿੰਗ ਇੱਕ ਸਾਈਡ ਦੀ ਰਹਿ ਜਾਂਦੀ ਹੈ, ਇਸ ਲਈ ਮੈਂ ਨਹੀਂ ਚਾਹੁੰਦੀ ਵੀ ਮੈਂ ਕਦੇ ਵੀ ਪੋਲੀਟਿਕਸ ਦੇ ਵਿੱਚ ਐਂਟਰ ਹੋਵਾਂ। ਅੱਛਾ, ਜਿਵੇਂ ਤੁਸੀਂ ਕਿਤਾਬ ਲਿਖੀ ਹੈ ਨਾ, ਪੋਲੀਟਿਕਸ ਦੇ ਉੱਪਰ ਤੁਸੀਂ ਕਿਤਾਬ ਲਿਖੀ, ਤੁਸੀਂ ਜਨਰੇਸ਼ਨ ਦੇ ਉੱਪਰ ਕਿਤਾਬ ਲਿਖੀ ਹੈ, ਕਦੇ ਐਸਾ ਤੁਹਾਡਾ ਮਨ 'ਚ ਹੋਇਆ ਵੀ ਮੈਂ ਆਪਣੇ ਜਿਹੜੀ ਅੰਦਰਲੀ ਮੇਰੇ ਮਨ ਦੀਆਂ ਚੀਜ਼ਾਂ ਨੇ ਇਹ ਕਿਸੇ ਰੈਲੀ ਦੇ ਵਿੱਚ ਜਾ ਕੇ ਜਾਂ ਕਿਸੇ ਜਿਵੇਂ ਕਿਸਾਨ ਰੈਲੀਆਂ ਚੱਲ ਰਹੀਆਂ ਜਾਂ ਕਿਸੇ ਐਸੀ ਚੀਜ਼ ਚੱਲ ਰਹੀ ਹੈ ਵੀ ਇੱਥੇ ਜਾ ਕੇ ਮੈਂ ਲੋਕਾਂ ਨੂੰ ਮੋਟੀਵੇਟ ਕਰਾਂ? ਰੀਸੈਂਟਲੀ ਮੇਰੇ ਬ੍ਰਦਰ ਇਲੈਕਸ਼ਨਸ ਦੇ ਵਿੱਚ ਖੜੇ ਹੋਏ ਸੀਗੇ ਐਂਡ ਉਹਨਾਂ ਦੇ ਇਲੈਕਸ਼ਨਸ ਦੇ ਵਿੱਚ ਕਾਫੀ ਸਾਰੀਆਂ ਐਸੀਆਂ ਜਗ੍ਹਾ ਸੀ ਜਿੱਥੇ ਕੈਂਪੇਨਸ ਦੇ ਵਿੱਚ ਮੈਂ ਬੋਲੀ ਸੀਗੀ, ਬਹੁਤ ਸਾਰੀਆਂ ਸਪੀਚਸ ਦਿੱਤੀਆਂ ਸੀਗੀਆਂ। ਉਹ ਚੀਜ਼ ਮਤਲਬ ਇੱਕ ਸਟੇਜ 'ਤੇ ਜਾ ਕੇ ਬੋਲਣ ਦੇ ਨਾਲ ਨਾ ਇਹ ਅੰਦਰੋਂ ਸੈਟਿਸਫੈਕਸ਼ਨ ਹੁੰਦੀ ਹੈ ਵੀ ਜੋ ਮੈਂ ਪੁਆਇੰਟ ਆਫ ਵਿਊ ਆਪਣਾ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਉਹ ਮੈਂ ਕਨਵੇ ਕਰ ਪਾਈ, ਔਰ ਉਹ ਕਨਵੇ ਕਰ ਪਾਉਣਾ ਮੈਨੂੰ, ਅਗਰ ਆਈ ਲਾਈਕ ਬੀਇੰਗ ਔਨ ਦ ਸਟੇਜ, ਆਈ ਲਾਈਕ ਬੀਇੰਗ ਸੈਂਟਰ ਆਫ ਦ ਅਟਰੈਕਸ਼ਨ ਫॉर ਅ ਗੁੱਡ ਪਰਪਸ। ਅੱਛਾ, ਜਿਹੜੀ ਤੁਹਾਡੀ ਕਿਤਾਬ ਸੀ ਇਹ ਕਿੰਨਾ ਚਿਰ 'ਚ ਤੁਹਾਡੇ ਕੋਲੋਂ ਲਿਖ ਹੋਈ ਇਹ ਕਿਤਾਬ? ਇਹ ਜਨਵਰੀ ਦੇ ਵਿੱਚ ਮੈਂ ਲਿਖਣੀ ਸਟਾਰਟ ਕੀਤੀ ਸੀਗੀ ਬੁੱਕ ਔਰ ਜੂਨ ਦੇ ਵਿੱਚ ਫਿਨਿਸ਼ ਹੋ ਗਈ ਸੀ, 6 ਮੰਥਸ। ਫਿਰ ਜਿਹੜੀ ਕਿਤਾਬ ਨੂੰ ਪਬਲਿਸ਼ ਕੀਤਾ ਇਹ ਕਿਸ ਕੰਪਨੀ ਨੇ ਕੀਤਾ, ਕਿਹਨੇ ਕੀਤਾ, ਕਿਵੇਂ ਹੋਇਆ ਇਹ? ਇਹ ਲੈਂਸਿੰਗ ਮਿਸ਼ੀਗਨ USA ਤੋਂ ਪਬਲਿਸ਼ਰਸ ਨੇ, ਤੂਫਾਨੀ ਪਬਲਿਸ਼ਰਸ, ਡਾਕਟਰ ਸੁਰਜੀਤ ਸਿੰਘ ਉਹਦੇ ਓਨਰ ਨੇ, ਉਹਨਾਂ ਦੇ ਨਾਲ ਮੇਰਾ ਕੰਟੈਕਟ ਹੋਇਆ। ਉਹ ਇੱਕ ਟ੍ਰੈਡੀਸ਼ਨਲ ਪਬਲਿਸ਼ਰ ਨੇ, ਇੰਡੀਆ ਦੇ ਵਿੱਚ ਪੈਕੇजेस ਸੈੱਟ ਹੁੰਦੇ ਨੇ ਬਟ ਉਹਨਾਂ ਕੋਲ ਪੈਕੇजेस ਨਹੀਂ ਸੈੱਟ ਹੁੰਦੇ।
ਉਹ ਤੁਹਾਡੀ ਬੁੱਕ ਮਤਲਬ ਤੁਹਾਡੀ ਸਕ੍ਰਿਪਟ ਨੂੰ ਪੜ੍ਹਦੇ ਨੇ, ਔਰ ਅਗਰ ਉਹਨਾਂ ਨੂੰ ਉਹ ਸਕ੍ਰਿਪਟ ਅੱਛੀ ਲੱਗਦੀ ਹੈ, ਲੱਗਦਾ ਹੈ ਵੀ ਹਾਂ ਇਹ ਪਬਲਿਸ਼ ਹੋਣੀ ਚਾਹੀਦੀ ਹੈ, ਫਿਰ ਉਹ ਤੁਹਾਡੀ ਬੁੱਕ ਨੂੰ ਪਬਲਿਸ਼ ਕਰ ਦਿੰਦੇ ਨੇ। ਸਿਮਿਲਰ ਹੈਪਨ ਵਿਦ ਮੀ। ਜਦੋਂ ਤੁਸੀਂ ਕਿਤਾਬ ਇਹ ਕੀਤੀ, ਤੁਹਾਡੀ ਪਬਲਿਸ਼ ਜਿਹੜੀ ਹੈ ਕਿਤਾਬ ਹੋ ਚੁੱਕੀ ਹੈ, ਇਹਦਾ ਤੁਹਾਨੂੰ ਕੁਝ ਰਿਵਾਈਡ ਵੀ ਮਿਲਿਆ, ਕੁਝ ਮਿਲਿਆ ਕੋਈ? ਹਾਂਜੀ, ਇਹਦੀ ਆਥਰ ਕੋਲ 70% ਰਾਇਲਟੀ ਹੁੰਦੀ ਹੈ ਔਰ ਪਬਲਿਸ਼ਰ ਕੋਲ 30% ਪ੍ਰੋਫਿਟ ਹੁੰਦਾ ਹੈ। ਅੱਛਾ, ਜਿਵੇਂ ਹੁਣ ਇਹ ਹੈ ਵੀ ਤੁਹਾਡਾ ਤੁਸੀਂ ਬੁੱਕ ਵੀ ਲਿਖਤੀ ਹੈ ਨਾ, ਲੋਕਾਂ ਨੇ ਪਸੰਦ ਵੀ ਕੀਤੀ, ਉਸ ਤੋਂ ਬਾਅਦ ਤੁਹਾਨੂੰ ਪੈਸੇ ਵੀ, ਜਦੋਂ ਤੁਸੀਂ ਪੜ੍ਹਾਈ ਕਰ ਰਹੇ ਹੋ ਪੈਸੇ ਵੀ ਆਉਣੇ ਸ਼ੁਰੂ ਹੋ ਗਏ, ਅੱਗੇ ਫਿਰ ਕਿਤਾਬ ਲਿਖਣ ਦਾ ਹੋਰ ਵੀ ਕੋਈ ਅੱਗੇ ਹੈ ਕਿ ਮੈਂ ਕਿਸੇ ਹੋਰ ਚੀਜ਼ ਅਗਰ ਦੇ? ਕੋਈ ਐਸਾ ਮੈਨੂੰ ਮਤਲਬ ਲੱਗੂਗਾ, ਜਿਵੇਂ ਇਹ ਚੀਜ਼ ਮੈਨੂੰ ਲੱਗੀ ਵੀ ਇਸ ਟਾਈਮ ਆਪਣੀ ਕੰਟਰੀ ਨੂੰ ਇਹ ਚੀਜ਼ ਦੱਸਣੀ ਬਹੁਤ ਜ਼ਰੂਰੀ ਹੈ ਸੈਕੂਲਰਿਜ਼ਮ ਬਾਰੇ, ਅਗਰ ਅੱਗੇ ਜਾ ਕੇ ਕੋਈ ਐਸਾ ਮੈਨੂੰ ਲੱਗੀ ਚੀਜ਼ ਵੀ ਇਹ ਮੈਂ ਕਨਵੇ ਕਰਨਾ ਚਾਹੁੰਦੀ ਹਾਂ ਆਪਣੇ ਪੈਨ ਦੇ ਥਰੂ, ਤਾਂ ਮੈਂ ਆਈ ਵਿਲ ਸ਼ੋਰਲੀ ਗੋ ਅਹੈਡ। ਅੱਛਾ, ਮੰਮੀ ਪਾਪਾ ਦਾ ਕਿੰਨਾ ਕੁ ਸਹਿਯੋਗ ਮਿਲਿਆ ਇਸ ਚੀਜ਼ ਦੇ ਵਿੱਚ? ਮੰਮਾ ਪਾਪਾ ਹਮੇਸ਼ਾ ਇੱਕ ਕਨਸਟੈਂਟ ਸਪੋਰਟ ਰਹੇ ਨੇ। ਮੈਂ ਹਮੇਸ਼ਾ ਤੋਂ ਜਿਵੇਂ ਰੀਡਰ, ਐਜ਼ ਅ ਰੀਡਰ ਆਈ ਵਾਸ ਵੈਰੀ ਕੀਨ ਔਨ ਰੀਡਿੰਗ ਡਿਫਰੈਂਟ ਕਾਈਂਡ ਆਫ ਬੁੱਕਸ। ਹਰ ਜਨਰ ਦੇ ਵਿੱਚ ਮੈਨੂੰ ਰੀਡ ਕਰਨਾ ਪਸੰਦ ਹੈ। ਮਮ ਡੈਡ ਨੇ ਕਦੇ ਮਨਾ ਨਹੀਂ ਕੀਤਾ ਔਰ ਕਦੇ ਲਿਖਣ ਤੋਂ ਮਨਾ ਨਹੀਂ ਕੀਤਾ। ਇਨਫੈਕਟ ਮੈਂ ਉਹਨਾਂ ਨੂੰ ਪੋਇਟਰੀਜ਼ ਬਹੁਤ ਪੜ੍ਹਾਉਂਦੀ ਹਾਂ ਆਪਣੇ ਡੈਡ ਨੂੰ, ਐਂਡ ਹੀ ਆਲਸੋ ਲਵਸ ਰੀਡਿੰਗ ਐਂਡ ਰਾਈਟਿੰਗ ਪੋਇਟਰੀਜ਼, ਸੋ ਇਟ ਵਾਸ ਗੁੱਡ। ਅੱਛਾ, ਤੁਸੀਂ ਮੰਮੀ ਪਾਪਾ ਦੇ ਇਕੱਲੇ ਹੀ ਬੱਚੇ ਹੋ ਜਾਂ ਹੋਰ ਵੀ ਹੈ ਤੁਹਾਡੇ ਸਿਸਟਰ ਤੇ ਬ੍ਰਦਰ? ਨਹੀਂ, ਆਈ ਐਮ ਅ ਸਿੰਗਲ ਚਾਈਲਡ। ਦੋਸਤ ਕੀ ਕਹਿੰਦੇ ਨੇ ਤੁਹਾਡੇ, ਫਰੈਂਡਸ ਕੀ ਕਹਿੰਦੇ ਆ ਤੁਹਾਨੂੰ ਜਦੋਂ ਤੁਸੀਂ ਇਸ ਕਿਤਾਬ ਬਾਰੇ ਲਿਖਣਾ ਸ਼ੁਰੂ ਕੀਤਾ? ਉਸ ਟਾਈਮ ਉਹਨਾਂ ਦੀ ਥਿੰਕਿੰਗ ਕੀ ਸੀ? ਕਿਤਾਬ ਛਪਣ ਤੋਂ ਬਾਅਦ ਕੀ ਉਹਨਾਂ ਦੇ ਵਿਊ ਸੀਗੇ? ਇਨਫੈਕਟ ਇਹ ਜਿਹੜੀ ਬੁੱਕ ਹੈ ਨਾ, ਇਹਦੇ ਵਿੱਚ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ 5 ਦੋਸਤਾਂ ਦੀ ਕਹਾਣੀ ਹੈ, ਤੇ ਅਗਰ ਮੈਂ ਆਪਣੀ ਲਾਈਫ ਦੇ ਵਿੱਚ ਮੈਨੂੰ ਬਹੁਤ ਅੱਛੇ ਦੋਸਤ ਮਿਲੇ ਨੇ, ਇਸ ਚੀਜ਼ ਕਰਕੇ ਮੈਂ ਫਰੈਂਡਸ਼ਿਪ ਦਾ ਉਹਦੇ ਵਿੱਚ ਪਾਉਣਾ ਚਾਹੁੰਦੀ ਸੀ ਬਹੁਤ ਹੱਥ। ਇਸ ਲਈ ਮੈਂ ਕਹੂੰਗੀ ਵੀ ਮੇਰੇ ਫਰੈਂਡਸ, ਜਦ ਮੈਂ ਬੁੱਕ ਲਿਖਣੀ ਸ਼ੁਰੂ ਕੀਤੀ ਸੀ ਤਾਂ ਮੇਰੀ ਇੱਕ ਮਤਲਬ ਜੋ ਮੇਰੀ ਬੈਸਟ ਫਰੈਂਡ ਹੈ ਉਹਨੂੰ ਪਤਾ ਸੀਗਾ। ਮੈਂ ਸਭ ਤੋਂ ਪਹਿਲਾਂ ਇਹ ਪੁਆਇੰਟ ਆਫ ਵਿਊ ਉਹਦੇ ਨਾਲ ਹੀ ਡਿਸਕਸ ਕੀਤਾ ਸੀਗਾ। ਮੈਂ ਕਹਿੰਦੀ ਸੀ ਵੀ ਮੈਂ ਇਹ ਦੱਸਣਾ ਚਾਹੁੰਦੀ ਹਾਂ ਲੋਕਾਂ ਨੂੰ, ਤਾਂ ਉਹਨੇ ਮੈਨੂੰ ਸੁਜੈਸਟ ਕੀਤਾ ਸੀਗਾ ਵੀ ਤੈਨੂੰ ਲਿਖਣੀ ਚਾਹੀਦੀ ਹੈ ਇਹ ਚੀਜ਼। ਔਰ ਸਾਰੀ ਪ੍ਰੋਗਰੈਸ ਦੇ ਵਿੱਚ ਉਹ ਮੇਰੇ ਨਾਲ ਸੀਗੀ, ਕਦੇ ਉਹਨੂੰ PDF ਭੇਜਦੀ ਹੁੰਦੀ ਸੀ, ਉਹ ਮੈਨੂੰ ਐਡੀਟਿੰਗ ਕਰਦੀ ਸੀ, ਮਤਲਬ ਵੈਰੀ ਹੈਲਪਫੁਲ। ਅੱਛਾ, ਚਲੋ ਥੋੜੀ ਜਿਹੜੀ ਤੁਸੀਂ ਫਰੈਂਡ ਦੀ ਗੱਲ ਕੀਤੀ ਹੈ ਨਾ, ਜਦੋਂ ਆਪਾਂ ਕਿਸੇ ਚੀਜ਼ ਵੱਲ ਵੱਧਦੇ ਆ, ਤੁਹਾਡੀ ਫਰੈਂਡ ਸੀ ਤੁਹਾਡੇ ਨਾਲ ਹਰ ਟਾਈਮ ਉਹਦਾ ਉੱਠਣਾ ਬੈਠਣਾ ਹੈ ਨਾ, ਤੁਸੀਂ ਕਿਤਾਬ ਲਿਖਣੀ ਸ਼ੁਰੂ ਕੀਤੀ, ਕਦੇ ਉਹਦੇ ਮਨ 'ਚ ਐਸਾ ਹੋਇਆ ਵੀ ਯਾਰ ਇਹ ਤਾਂ ਮੇਰੇ ਤੋਂ ਅੱਗੇ ਵੱਧਦੀ ਜਾ ਰਹੀ ਹੈ? ਬਿਲਕੁਲ ਵੀ ਨਹੀਂ, ਹੁਣ ਤੱਕ ਇਨਫੈਕਟ ਟੱਚਵੁੱਡ ਐਸਾ ਕਦੇ ਵੀ ਫੀਲ ਨਹੀਂ ਹੋਇਆ, ਕਿਉਂਕਿ ਇੱਕ ਟਰੂ ਫਰੈਂਡ ਉਹੀ ਹੁੰਦਾ ਜੋ ਇੱਕ ਦੂਜੇ ਦੀ ਸਪੋਰਟ ਬਣੇ, ਨਾ ਕਿ ਇੱਕ ਦੂਸਰੇ ਨੂੰ ਦੇਖ ਕੇ ਜੈਲਸ ਫੀਲ ਹੋਵੇ। ਐਂਡ ਬੀਇੰਗ ਅ ਟਰੂ ਫਰੈਂਡ ਸ਼ੀ ਆਲਵੇਜ਼ ਸਪੋਰਟਡ ਮੀ। ਇਨਫੈਕਟ ਟਿਲ ਨਾਓ ਮੇਰੇ ਸਾਰੀ ਬੁੱਕ ਦੇ ਮਤਲਬ ਸਟੇਟਸ ਡਾਲਨੇ ਜਾਂ ਮੇਰੀ ਬੁੱਕ ਨੂੰ ਪ੍ਰਮੋਟ ਕਰਨਾ, ਸ਼ੀ ਹੈਜ਼ ਆਲਵੇਜ਼ ਬੀਨ ਅ ਵੈਰੀ ਗੁੱਡ ਸਪੋਰਟ। ਗਲਤੀਆਂ ਕਿੰਨੀਆਂ ਕੱਢਦੀਆਂ ਸੀ ਇਹ ਲੜਕੀ ਤੁਹਾਡੀ ਫਰੈਂਡਸ? ਐਡਿਟ, ਉਹ ਐਕਚੁਅਲੀ ਉਦੋਂ ਰੀਡਿੰਗ ਦਾ ਘੱਟ ਸ਼ੌਂਕ ਹੈ, ਬਟ ਉਹਨੂੰ ਨਾ ਸੁਣਨ ਦਾ ਬਹੁਤ ਸ਼ੌਂਕ ਹੈ। ਮੈਂ ਹਮੇਸ਼ਾ ਉਹਨੂੰ ਸਟੋਰੀ ਸੁਣਾਉਂਦੀ ਹੁੰਦੀ ਸੀਗੀ ਔਰ ਉਹ ਮੈਨੂੰ ਸੁਜੈਸਟ ਕਰਦੀ ਸੀ ਵੀ ਨਹੀਂ ਐਸੀ ਐਂਡਿੰਗ ਸਹੀ ਨਹੀਂ ਰਹੂਗੀ, ਤੂੰ ਥੋੜੀ ਹੈਪੀ ਐਂਡਿੰਗ ਲੈ, ਜਾਂ ਮਤਲਬ ਇਹ ਚੀਜ਼ਾਂ ਉਹਨੇ ਮੈਨੂੰ ਹਮੇਸ਼ਾ ਫੋਨ ਤੇ ਦੱਸਣੀਆਂ। ਸਟੋਰੀ ਬਾਰੇ ਉਹ ਕਾਫੀ ਮੈਨੂੰ ਚੀਜ਼ਾਂ ਦੱਸਦੀ ਹੁੰਦੀ ਸੀਗੀ। ਅੱਛਾ, ਸਕੂਲ 'ਚ ਰਿਸਪੌਂਸ ਕਿੰਨਾ ਕੁ ਮਿਲਿਆ ਤੁਹਾਡੇ ਟੀਚਰਾਂ ਵੱਲੋਂ? ਤੁਹਾਡੇ ਜਿਹੜੇ ਹੈ ਉੱਥੇ ਦੇ ਹੈੱਡ ਟੀਚਰ ਨੇ, ਉਹਨਾਂ ਵੱਲੋਂ ਕਿੰਨਾ ਕੁ ਰਿਸਪੌਂਸ ਮਿਲਿਆ? ਕੀ ਕਹਿ ਰਹੇ ਨੇ ਅੱਜ? ਸਾਡੇ ਸਕੂਲ ਦੇ ਜੋ ਪ੍ਰਿੰਸੀਪਲ ਸਰ ਨੇ, ਹੀ ਹੈਜ਼ ਆਲਵੇਜ਼ ਬੀਇੰਗ ਅ ਫਾਦਰ ਫਿਗਰ ਇਨ ਮਾਈ ਲਾਈਫ। ਇੱਕ ਫਾਦਰ ਫਿਗਰ ਦੀ ਤਰ੍ਹਾਂ ਮੈਂ ਹਮੇਸ਼ਾ ਉਹਨਾਂ ਨੂੰ ਦੇਖਦੀ ਹਾਂ, ਡਾਕਟਰ ਮਨੋਜ ਸਰ। ਐਂਡ ਸਰ ਨੇ ਹਮੇਸ਼ਾ ਤੋਂ ਹੀ ਮਤਲਬ ਸਪੋਰਟ ਕੀਤਾ। ਇਨਫੈਕਟ ਬੁੱਕ ਪਬਲਿਸ਼ ਹੋਣ ਤੋਂ ਪਹਿਲਾਂ ਵੀ ਮੇਰੀ ਸਰ ਨਾਲ ਹੀ ਫੋਨ ਤੇ ਗੱਲ ਹੋਈ ਔਰ ਸਰ ਨੇ ਮੈਨੂੰ ਕਿਹਾ ਵੀ ਯੂ ਸ਼ੁੱਡ ਸ਼ੋਰਲੀ ਗੋ ਹੈਡ। ਸਰ ਨੇ ਹਮੇਸ਼ਾ ਇਨਕਰੇਜ ਕੀਤਾ ਔਰ ਟੀਚਰਸ ਉਸ ਤੋਂ ਜ਼ਿਆਦਾ, ਮੇਰਾ ਹਮੇਸ਼ਾ ਟੀਚਰਸ ਨਾਲ ਬਹੁਤ ਅੱਛਾ ਬੌਂਡ ਰਿਹਾ ਸਾਰੇ ਸਕੂਲ ਦੇ ਵਿੱਚ, ਔਰ ਟੀਚਰਸ ਹੁਣ ਵੀ ਬਹੁਤ ਪ੍ਰੇਜ਼ ਕਰਦੇ ਨੇ ਔਰ ਹਮੇਸ਼ਾ ਹੈਲਪਫੁਲ ਰਹਿੰਦੇ ਨੇ। ਜਿਸ ਸੰਸਥਾ ਨੇ ਤੁਹਾਡੀ ਜਿਹੜੀ ਹੈ ਬੁੱਕ ਨੂੰ ਪਬਲਿਸ਼ ਕੀਤਾ ਸੀ, ਉਸ ਤੋਂ ਬਾਅਦ ਕਦੇ ਫੋਨ ਆਏ ਉਹਨਾਂ ਦੇ ਵੀ ਤੁਸੀਂ ਨੈਕਸਟ ਕੁਝ ਲਿਖੋ? ਹਜੇ ਤੱਕ ਤਾਂ ਉਹਨਾਂ ਦੇ ਨਾਲ ਮੇਰੀ ਮਤਲਬ ਗੱਲ ਹੋ ਰਹੀ ਹੈ, ਜੋ ਉਹਨਾਂ ਦੇ ਪਬਲਿਸ਼ਰ ਨੇ, ਜਿਹੜੇ ਉਹਨਾਂ ਦੇ ਓਨਰ ਨੇ, ਔਰ ਇਨਫੈਕਟ ਉਹ ਬਹੁਤ ਖੁਸ਼ ਸੀਗੇ ਇਸ ਕੋਲੈਬੋਰੇਸ਼ਨ ਤੋਂ। ਕਹਿੰਦੇ ਵੀ ਆਈ ਐਮ ਦ ਯੰਗੈਸਟ ਆਥਰ ਹੂ ਵਰਕਡ ਵਿਦ ਹਿਮ। ਉਹਨਾਂ ਨੇ 34 ਬੁੱਕਸ ਪਬਲਿਸ਼ ਕੀਤੀਆਂ ਨੇ ਹੁਣ ਤੱਕ, ਔਰ ਉਹਨਾਂ ਦੇ ਵਿੱਚ ਸਭ ਤੋਂ ਛੋਟੀ ਏਜ ਦੀ ਆਥਰ ਮੈਂ ਸੀਗੀ। ਐਂਡ ਉਹ ਬਹੁਤ ਸਪੋਰਟਿਵ ਰਹੇ ਇਸ ਚੀਜ਼ ਨੂੰ ਲੈ ਕੇ ਹਮੇਸ਼ਾ ਤੋਂ। ਕਾਪੀਰਾਈਟਸ ਵੀ ਮੇਰੀ ਬੁੱਕ ਦੇ ਉਹਨਾਂ ਨੇ ਇਸ਼ੂ ਕਰਵਾਏ ਔਰ ਬਹੁਤ ਹੱਦ ਤੱਕ ਐਡੀਟਿੰਗ ਔਰ ਕਵਰ ਦਾ ਕੰਮ ਵੀ ਉਹਨਾਂ ਨੇ ਖੁਦ ਹੀ ਕਰਤਾ ਸੀਗਾ। ਜਿਵੇਂ ਤੁਸੀਂ ਇਹ ਬੁੱਕ ਲਿਖੀ ਹੈ ਨਾ, ਕੁਝ ਪੜ੍ਹਦੇ ਹੁੰਦੇ ਸੀ ਕੁਝ ਐਸਾ ਐਕਸਟਰਾ, ਜਾਂ ਕਿਵੇਂ ਤੁਹਾਨੂੰ ਬੁੱਕ ਦਾ ਜਿਹੜਾ? ਆਈ ਵਾਜ਼ ਆਲਵੇਜ਼ ਫੌਂਡ ਆਫ ਬੀਇੰਗ ਇਨ ਲਾਇਬ੍ਰੇਰੀ ਦੇ ਵਿੱਚ ਰਹਿਣਾ ਮੈਨੂੰ ਹਮੇਸ਼ਾ ਬਹੁਤ ਪਸੰਦ ਸੀਗਾ। ਮੈਂ ਉੱਥੇ ਜਾ ਕੇ ਡਿਫਰੈਂਟ ਤਰ੍ਹਾਂ ਦੀਆਂ ਬੁੱਕਸ ਪੜ੍ਹਦੀ ਸੀ। ਇਨਫੈਕਟ ਮੇਰਾ ਕੋਈ ਬਰਥਡੇ ਜਾਂ ਕੋਈ ਵੀ ਸੈਲੀਬ੍ਰੇਸ਼ਨ, ਮੈਂ ਮਮ ਡੈਡ ਤੋਂ ਹਮੇਸ਼ਾ ਇੱਕ ਬੁੱਕ ਲੈਣ ਦੀ ਇੱਛਾ ਦੇ ਵਿੱਚ ਹੁੰਦੀ ਸੀਗੀ, ਤਾਂ ਮੈਨੂੰ ਰੀਡਿੰਗ ਦਾ ਬਹੁਤ ਸ਼ੌਂਕ ਹੈ। ਅੱਛਾ, ਜਿਵੇਂ ਅੱਜ ਜਿਹੜਾ ਹੈ WhatsApp, YouTube, Facebook ਬਹੁਤ ਜ਼ਿਆਦਾ ਬੱਚਿਆਂ 'ਤੇ ਹੈਵੀ ਹੋ ਚੁੱਕਿਆ ਹੈ, ਕਿੰਨਾ ਕੁ ਸ਼ੌਕ ਹੈ ਉਸ ਚੀਜ਼ ਦਾ? ਸੋਸ਼ਲ ਮੀਡੀਆ ਮੈਂ ਯੂਜ਼ ਕਰਦੀ ਹਾਂ ਔਰ ਸੋਸ਼ਲ ਮੀਡੀਆ ਦੇ ਬਹੁਤ ਸਾਰੇ ਬੈਨੀਫਿਟਸ ਵੀ ਨੇ ਔਰ ਬਹੁਤ ਸਾਰੇ ਹਾਰਮਸ ਵੀ ਨੇ। ਆਪਾਂ ਨੂੰ ਹਰ ਚੀਜ਼ ਦੀ ਪੋਜ਼ਿਟਿਵਿਟੀ ਦੇਖਣੀ ਚਾਹੀਦੀ ਹੈ ਔਰ ਹਰ ਚੀਜ਼ ਨੂੰ ਇੱਕ ਲਿਮਿਟ ਯੂਜ਼ ਕਰਨਾ ਚਾਹੀਦਾ ਹੈ। ਤਾਂ ਉਹਨੂੰ ਇਨ ਅ ਲਿਮਿਟ, ਇਨ ਅ ਪੋਜ਼ਿਟਿਵ ਵੇ ਆਪਾਂ ਯੂਜ਼ ਕਰਾਂਗੇ ਤਾਂ ਇਟ ਵਿਲ ਆਲਵੇਜ਼ ਬੀ ਅ ਬੂਨ ਫॉर ਅਸ। ਲਾਸਟ ਦੇ ਵਿੱਚ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਆਪਣੇ ਹੀ ਫਰੈਂਡ ਸਰਕਲ ਨੂੰ, ਆਪਣੇ
ਵਰਗੇ ਜਿਹੜੇ ਲੋਕ ਅੱਗੇ ਵਧਣਾ ਚਾਹੁੰਦੇ ਨੇ ਇਸ ਚੀਜ਼ ਦੇ ਵਿੱਚ, ਉਹਨੂੰ ਕੀ ਕਹਿਣਾ ਚਾਹੁੰਦੇ ਹੋ, ਕਿਵੇਂ ਉਹ ਲੋਕ ਅੱਗੇ ਵਧ ਸਕਦੇ ਨੇ? ਮੈਂ ਸਭ ਤੋਂ ਪਹਿਲਾਂ ਤਾਂ ਉਹੀ ਸਭ ਨੂੰ ਸੰਦੇਸ਼ ਦੇਣਾ ਚਾਹਨੀ ਹਾਂ ਜਿਹੜਾ ਮੇਰੀ ਬੁੱਕ ਦੇ ਰਹੀ ਹੈ ਵੀ ਕਿਆ बनाने आए थे क्या बना बैठे, कहीं मंदिर बना बैठे कहीं मस्जिद बना बैठे, हमसे अच्छी जात तो है हमसे तो परिंदों की जात अच्छी, हाँ, कभी मंदिर पे जा बैठे कभी कहीं मस्जिद पे जा बैठे। बैठे। ਬਿਲਕੁਲ ਜੀ ਬਿਲਕੁਲ, ਗੱਲ ਸਹੀ ਤੁਹਾਡੀ ਇਹੀ ਹੈ ਵੀ ਕਿ ਕੁਝ ਕਰਨ ਵਾਸਤੇ ਕੁਝ ਖੋਣਾ ਪੈਂਦਾ ਹੈ ਨਾ। ਹਾਂਜੀ। ਖੋਇਆ ਕੀ? ਖੋਇਆ ਬਹੁਤ ਹੱਦ ਤੱਕ ਬਹੁਤ ਅੱਛੀਆਂ ਚੀਜ਼ਾਂ ਖੋਈਆਂ ਕਿਉਂਕਿ ਮੈਨੂੰ ਜਿਹੜੀਆਂ ਅਲੱਗ ਜੌਨਰ ਦੀਆਂ ਬੁੱਕਸ ਪੜ੍ਹਨੀਆਂ ਪਸੰਦ ਸੀਗੀਆਂ, ਉਹ ਚੀਜ਼ਾਂ ਤੋਂ ਹਟ ਕੇ ਮੈਨੂੰ ਪੋਲਿਟਿਕਸ ਦੇ ਵਿੱਚ ਸੈਕੂਲਰਿਜ਼ਮ ਦੇ ਵਿੱਚ ਜ਼ਿਆਦਾ ਬੁੱਕਸ ਪੜ੍ਹਨੀਆਂ ਪਈਆਂ, ਫਿਕਸ਼ਨ ਬੁੱਕਸ ਬੰਦ ਕਰਨੀਆਂ ਪਈਆਂ। ਰਸਕਿਨ ਬੌਂਡ ਮੇਰਾ ਫੇਵਰੇਟ ਰਾਈਟਰ ਹੈ, ਉਹ ਹਮੇਸ਼ਾ ਫਿਕਸ਼ਨ ਲਿਖਦੇ ਨੇ, ਤਾਂ ਮੈਨੂੰ ਬਹੁਤ ਹੱਦ ਤੱਕ ਰਸਕਿਨ ਦੀਆਂ ਬੁੱਕਸ ਰੋਕ ਕੇ ਪੋਲਿਟਿਕਸ ਵੱਲ ਜ਼ਿਆਦਾ ਪੜ੍ਹਨਾ ਪਿਆ ਕਿਉਂਕਿ ਮੈਂ ਚਾਹੁੰਦੀ ਸੀ ਬੁੱਕ ਫਲॉलेस ਹੋਵੇ, ਕੋਈ ਵੀ ਐਸੀ ਚੀਜ਼ ਨਾ ਹੋਵੇ ਬੁੱਕ 'ਚ ਜੋ ਐਕਚੁਅਲੀ ਕਨਸਟੀਟਿਊਸ਼ਨ 'ਚ ਨਹੀਂ ਹੈ ਤੇ ਮੈਂ ਆਪਣੀ ਬੁੱਕ 'ਚ ਮੈਂਸ਼ਨ ਕਰ ਦੇਵਾਂ, ਇਸ ਲਈ ਇੱਧਰ ਜ਼ਿਆਦਾ ਧਿਆਨ